ਨਜ਼ਰਸਾਨੀ ਪ੍ਰੋਗਰਾਮ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਮਲਜੀਤ ਸਿੱਧੂ। ਇਤਿਹਾਸ ਨੂੰ ਪੁੱਠਾ ਗੇੜਾ ਦੇਣ ਵਾਲੇ ਲੋਕ, ਸਰਕਾਰਾਂ, ਸਮੇਂ ਦੀਆਂ ਸਰਕਾਰਾਂ ਕੁਛ ਕਹਿ ਲਓ, ਜਦੋਂ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ ਤੇ ਬੜਾ ਕੁਛ ਪਲਟਦੇ ਆ ਤਾਂ ਉਹ ਗਲਤ ਹੁੰਦਾ ਆ। ਕਿਉਂਕਿ ਸੱਚ ਸੱਚ ਕੌੜਾ ਸੀ, ਕੌੜਾ ਸੱਚ ਹਜ਼ਮ ਨਹੀਂ ਹੋਇਆ। ਕੌੜਾ ਸੱਚ ਇੰਜ ਲੱਗਦਾ ਆ ਕਿ ਸਾਨੂੰ ਕਿਤੇ ਬਦਨਾਮ ਨਾ ਕਰੀ ਰੱਖੇ ਕਿ ਇਹ ਉਹ ਲੋਕ ਸੀਗੇ, ਇਹਨਾਂ ਨੇ ਆਹ ਕੁਛ ਕੀਤਾ, ਇਹਨਾਂ ਨੇ ਉਹ ਕੁਛ ਕੀਤਾ। ਸ਼ਾਇਦ ਸਮੇਂ ਦੀਆਂ ਹਕੂਮਤਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਹੀ ਗੱਲ ਕਰ ਰਹੀਆਂ ਨੇ ਕਿ ਅੱਜ ਇਤਿਹਾਸ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਲਗਾਤਾਰ ਚਰਚਾ NCERT ਦੀਆਂ ਕਿਤਾਬਾਂ ਦੇ ਵਿੱਚੋਂ ਜੋ ਸਿਲੇਬਸ ਬਦਲੇ ਜਾ ਰਹੇ ਨੇ ਜਾਂ ਫਿਰ ਉਹਨਾਂ 'ਚੋਂ ਚੈਪਟਰ ਹੀ ਉਡਾਏ ਜਾ ਰਹੇ ਨੇ, ਤਾਂ ਇਹ ਸਮੇਂ ਦੀ ਹਕੂਮਤ ਦੇ ਬਾਰੇ ਵੱਡਾ ਸਵਾਲ ਆ। ਕਈ ਪੱਤਰਕਾਰਾਂ ਨੇ ਇਸ ਮੁੱਦੇ ਦੇ ਉੱਤੇ ਗੱਲਬਾਤ ਕੀਤੀ ਆ। ਆਓ ਸਾਂਝੇ ਰੂਪ ਵਿੱਚ ਉਹਨਾਂ ਸਾਰੇ ਪੱਤਰਕਾਰਾਂ ਦੀ ਇਸ ਗੱਲਬਾਤ ਨੂੰ ਪੇਸ਼ ਕਰਦੇ ਹਾਂ, ਦੱਸਦੇ ਹਾਂ ਕਿ ਕੀ ਕੁਛ ਉਹਨਾਂ ਦਾ ਕਹਿਣਾ ਹੈ ਕਿ ਕੀ ਕਰ ਰਹੀ ਹੈ ਸਮੇਂ ਦੀ ਹਕੂਮਤ। ਕਿ ਇਤਿਹਾਸ ਦੇ ਖਿਲਾਫ ਖਿਲਵਾੜ ਕਰਨਾ ਜ਼ਰੂਰੀ ਆ। ਲਗਾਤਾਰ ਚਰਚਾ ਬਣੀ ਹੋਈ ਹੈ ਇਸ ਗੱਲ ਨੂੰ ਲੈ ਕੇ ਕਿ ਇਤਿਹਾਸ ਬਦਲਿਆ ਜਾ ਰਿਹਾ ਹੈ, ਸ਼ਹਿਰਾਂ ਦੇ ਨਾਮ ਬਦਲੇ ਜਾ ਰਹੇ ਨੇ, ਹੋਰ ਬਹੁਤ ਸਾਰਾ ਕੁਝ ਬਦਲਿਆ ਜਾ ਰਿਹਾ ਹੈ। ਯਾਨੀ ਆਪਣੇ ਤੌਰ ਤਰੀਕੇ ਦਾ ਇਤਿਹਾਸ ਜੋ ਆਪ ਨੂੰ ਮਨ ਭਾਉਂਦਾ ਆ, ਜੋ ਆਪ ਨੂੰ ਚੰਗਾ ਲੱਗਦਾ, ਉਸ ਤਰੀਕੇ ਦਾ ਇਤਿਹਾਸ ਲਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਯਾਨੀ ਕਿ ਮੁਗਲ ਕਾਲ ਦੇ ਵਿੱਚ ਜਾਂ ਫਿਰ ਜਿੰਨੇ ਧਾੜਵੀ ਹਿੰਦੁਸਤਾਨ 'ਚ ਆਏ ਨਾ, ਉਹਨਾਂ ਨੇ ਆਪਣੇ ਸਮਿਆਂ ਦੇ ਵਿੱਚ ਆਪਣੇ ਮਨਪਸੰਦ ਤਰੀਕੇ ਦੇ ਨਾਲ ਇਤਿਹਾਸ ਲਿਖਾਇਆ ਔਰ ਉਹਨਾਂ ਨੂੰ ਜੋ ਚੰਗਾ ਲੱਗਿਆ ਉਹ ਲਿਖਾਤਾ। ਜੇ ਉਹਨਾਂ ਨੇ ਕਹਿਤਾ ਵੀ ਇਹ ਮਾੜੇ ਆ ਤੇ ਉਹਨਾਂ ਨੂੰ ਮਾੜੇ ਹੀ ਲਿਖਿਆ ਗਿਆ, ਭਾਵੇਂ ਉਹ ਬੇਸ਼ੱਕ ਚੰਗੇ ਹੋਣ। ਮਹਾਰਾਜਾ ਰਣਜੀਤ ਸਿੰਘ ਵਰਗਾ ਬਾਦਸ਼ਾਹ ਪੂਰੀ ਦੁਨੀਆ 'ਚ ਪੈਦਾ ਨਹੀਂ ਹੋਣਾ। ਮਹਾਰਾਜਾ ਰਣਜੀਤ ਸਿੰਘ ਵਰਗੀ ਸਿਆਣਪ ਸੂਝਵਾਨ ਜਿਹੜਾ ਆ ਬਾਦਸ਼ਾਹ ਉਹ ਵਾਕਿਆ ਹੀ ਨਹੀਂ ਹੋਣਾ ਗਾ। ਪਰ ਅੰਗਰੇਜ਼ਾਂ ਨੇ ਇਹੋ ਜਿਹਾ ਪ੍ਰਾਪੇਗੰਡਾ ਕੀਤਾ ਕਿ ਉਸ ਨੂੰ ਇੱਕ ਆਯਾਸ਼ ਰਾਜ ਆਪਦੀਆਂ ਤਰੀਖਦਾਨਾਂ ਕੋਲ ਇਹੋ ਜਿਹਾ ਲਿਖਾਇਆ। ਮਹਾਰਾਣੀ ਜਿੰਦਾਂ ਨੂੰ ਇੰਨਾ ਕੁ ਬਦਨਾਮ ਕੀਤਾ ਕਿ ਅਸੀਂ ਘੱਟੋ ਘੱਟ 1.5 ਸਦੀ ਬਾਅਦ ਵੀ ਸਾਡੇ ਮਨ ਦੇ ਵਿੱਚ ਉਹਨਾਂ ਪ੍ਰਤੀ ਜਿਹੜੇ ਸ਼ੰਕੇ ਆ ਉਹ ਪੈਦਾ ਹੁੰਦੇ ਆ। ਤੇ ਅੱਜ ਜੋ ਸਮੇਂ ਦੀ ਹਕੂਮਤ ਕਰ ਰਹੀ ਹੈ, ਕੇਂਦਰ ਦੀ ਹਕੂਮਤ ਕਰ ਰਹੀ ਹੈ, ਭਾਜਪਾ RSS ਜੋ ਕਰਦੀ ਪਈ ਹੈ, ਜੇ ਉਹਨਾਂ ਦਾ ਇਹ ਪੱਖ ਦੇਖਿਆ ਜਾਵੇ ਤਾਂ ਉਹ ਅੰਗਰੇਜ਼ਾਂ ਜਾਂ ਉਹਨਾਂ ਮੁਗਲਾਂ ਨਾਲੋਂ ਕਿਤੇ ਵੀ ਵੱਖਰਾ ਨਹੀਂ ਗਾ। ਜੋ ਆਪਣੇ ਤੌਰ ਤਰੀਕੇ ਨਾਲ ਜੋ ਚੰਗਾ ਲੱਗਦਾ ਆ ਜਾਂ ਆਪਣੇ ਆਪ ਨੂੰ ਹੀਰੋ ਸਾਬਤ ਕਰਨ ਵਾਲੀ ਜਿਹੜੀ ਗੱਲ ਹੈ ਉਹ ਲਿਖਾਉਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਨੇ। ਹਾਲਾਂਕਿ ਇਤਿਹਾਸ ਜੋ ਹੁੰਦਾ ਆ ਉਹੀ ਰਹਿਣਾ ਹੁੰਦਾ, ਉਸ ਨੂੰ ਤੁਸੀਂ ਮੋੜਾ ਨਹੀਂ ਦੇ ਸਕਦੇ। ਆਪਣੇ ਤਰੀਕੇ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ, ਸੱਚਾਈ ਜਿਹੜੀ ਹੈ ਉਸ ਤੋਂ ਪਾਸੇ ਨਹੀਂ ਹਟਿਆ ਜਾ ਸਕਦਾ। ਗੱਲ ਕਰਾਂਗੇ ਉੱਘੇ ਪੱਤਰਕਾਰ ਨੇ, ਉਹਨਾਂ ਦਾ ਕਹਿਣਾ ਆ ਕਿ ਅਮਰੀਕਾ ਦੇ ਸ਼ਾਸਕਾਂ ਅਨੁਸਾਰ ਅਮਰੀਕਾ ਦੇ ਇਤਿਹਾਸ ਕੋਈ ਵੀ ਹੋਵੇ ਪਰ ਉਸ ਦੇ ਕਾਲੇ ਲੋਕਾਂ ਦਾ ਇਤਿਹਾਸ ਵੱਖਰਾ ਹੋਊਗਾ। ਅਮਰੀਕਾ ਦੇ ਕਾਲੇ ਲੋਕਾਂ ਦੇ ਵਿਚਾਰਾਂ ਦੀ ਤਰਜਮਾਨੀ ਕਰਨ ਵਾਲੀ ਕਾਲੀ ਕਵਿੱਤਰੀ ਮਾਇਆ ਐਂਜਲੋ ਕਾਲੇ ਲੋਕਾਂ ਦੀ ਗੁਲਾਮੀ ਦਾ ਦਰਦ ਬਿਆਨ ਦੀ ਉਹਨਾਂ ਦਾ ਇਤਿਹਾਸ ਵਰਣਨ ਕਰਦੀ ਹੈ। ਇਤਿਹਾਸ ਚਾਹੇ ਜਿੰਨਾ ਵੀ ਦਰਦ ਭਰਿਆ ਹੋਵੇ ਦੁਬਾਰਾ ਨਹੀਂ ਜੀਆ ਜਾ ਸਕਦਾ। ਹੌਸਲੇ ਦੇ ਨਾਲ ਜੇਕਰ ਉਸ ਦਾ ਸਾਹਮਣਾ ਕੀਤਾ ਜਾਵੇ ਤਾਂ ਉਸ ਨੂੰ ਦੁਬਾਰਾ ਜੀਣ ਦੀ ਜ਼ਰੂਰਤ ਨਹੀਂ ਹੈ। ਇੱਥੇ ਸਵਾਲ ਆਉਂਦਾ ਹੈ ਕਿ RSS ਦੀ ਮਾਨਸਿਕਤਾ ਵਾਲੇ ਲੋਕ ਇਹਨਾਂ ਸਤਰਾਂ ਦੇ ਅਰਥ ਸਮਝ ਸਕਦੇ ਨੇ। ਜੇਕਰ ਉਹ ਸਮਝ ਸਕਦੇ ਨੇ ਤਾਂ ਕਦੇ ਇਸ ਤੱਥ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਣਗੇ ਕਿ ਨੱਥੂ ਰਾਮ ਗੌਡਸੇ ਨੇ ਮੋਹਨਦਾਸ ਕਰਮਚੰਦ ਗਾਂਧੀ ਨੂੰ ਮਾਰਿਆ ਸੀ। ਇਸ ਨੂੰ ਭੁਲਾਇਆ ਜਾ ਸਕਦਾ ਹੈ ਕਿ ਗੁਜਰਾਤ ਦੇ ਦੰਗਿਆਂ ਦਾ ਜ਼ਿਕਰ ਇਤਿਹਾਸ ਵਿੱਚੋਂ ਕਿਤੇ ਬਾਹਰ ਕੀਤਾ ਜਾ ਸਕਦਾ ਆ। ਇਹ ਉਸ ਪੱਤਰਕਾਰ ਨੇ ਸਵਾਲ ਚੁੱਕਿਆ। NCERT ਦੇ ਅਧਿਕਾਰੀਆਂ ਵੱਲੋਂ ਉਪਰੋਕਤ ਤੱਥਾਂ ਨੂੰ 11ਵੀਂ ਤੇ 12ਵੀਂ ਦੀਆਂ ਕਿਤਾਬਾਂ ਵਿੱਚੋਂ ਹਾਕਮਾਂ ਦੇ ਇਸ਼ਾਰੇ ਦੇ ਉੱਤੇ ਬਾਹਰ ਕੱਢ ਦਿੱਤਾ ਗਿਆ ਆ। ਮੁਗਲ ਬਾਦਸ਼ਾਹਾਂ ਦੇ ਇਤਿਹਾਸ ਨੂੰ ਵੀ ਹੁਣ ਘੱਟ ਪੜ੍ਹਾਇਆ ਜਾਊਗਾ ਤੇ ਕਿਹਾ ਜਾ ਰਿਹਾ ਹੈ ਕਿ ਭਾਰੀ ਭਰਕਮ ਪੜ੍ਹਾਉਣਾ ਬੱਚਿਆਂ ਉੱਤੇ ਵੱਡਾ ਬੋਝ ਆ। ਯਾਨੀ ਇਹ ਗੱਲ ਕਹਿ ਕੇ ਪੱਲਾ ਝਾੜ ਕੇ ਆਪਦੇ ਆਪ ਨੂੰ ਸੇਫ ਕੀਤਾ ਜਾ ਰਿਹਾ। ਇਹੀ ਨਹੀਂ, ਮੌਜੂਦਾ ਦੌਰ ਵਿੱਚ ਮੋਦੀ ਪ੍ਰਸ਼ਾਸਨ ਵੱਲੋਂ ਇਹ ਕੰਮ ਕੀਤਾ ਜਾ ਰਿਹਾ ਆ। ਅਸਲ ਵਿੱਚ ਕਾਂਗਰਸ ਦੇ ਦੌਰ ਵਿੱਚ ਵੀ ਇਸ ਕਿਸਮ ਦਾ ਖਿਲਵਾੜ ਕੀਤਾ ਗਿਆ ਆ। ਇੱਥੇ ਇਕੱਲਾ ਮੋਦੀ ਸਰਕਾਰ ਦੀ ਭੰਡੀ ਨਹੀਂ, ਕਾਂਗਰਸ ਦੀ ਵੇਲੇ ਵੀ ਆਹੀ ਕੁਛ ਹੋਇਆ ਸੀਗਾ। ਹੁਣ ਜਿਵੇਂ ਹੀ ਹਾਕਮ ਹਿੰਦੂਤਵੀ ਝੰਡਾ ਜਾਰੀ ਕਰਨ ਲਈ, ਹਿੰਦੂਆਂ ਨੂੰ ਖੁਸ਼ ਕਰਨ ਲਈ ਇਹ ਕਾਰਵਾਈ ਕਰ ਰਹੇ ਨੇ ਤੇ ਕਾਂਗਰਸੀ ਹਾਕਮਾਂ ਵੱਲੋਂ ਮੁਸਲਮਾਨਾਂ ਨੂੰ ਖੁਸ਼ ਕਰਨ ਲਈ, ਉਹਨਾਂ ਦੀਆਂ ਵੋਟਾਂ ਹਥਿਆਉਣ ਲਈ ਇਹ ਕੰਮ ਕੀਤਾ ਗਿਆ। ਉਹਨਾਂ ਮੁਗਲ ਹਾਕਮਾਂ ਦੀਆਂ ਬੁਰਾਈਆਂ ਨੂੰ ਵੀ ਚੰਗਿਆਈਆਂ ਦੱਸਿਆ
ਕਿ ਇਹ ਇਤਿਹਾਸ ਨਾਲ ਖਿਲਵਾੜ ਨਹੀਂ ਸੀ। ਕਾਂਗਰਸ ਨੇ ਆਪਦੇ ਦੌਰ 'ਚ ਇਹ ਕੀਤਾ। ਇਹ ਠੀਕ ਹੈ ਕਿ ਇਤਿਹਾਸ ਦੀਆਂ ਕਿਤਾਬਾਂ ਦਾ ਸੁਧਾਰ ਜ਼ਰੂਰੀ ਹੈ, ਲੇਕਿਨ ਇਹਨਾਂ ਕੋਸ਼ਿਸ਼ਾਂ ਦਾ ਮਕਸਦ ਇਹ ਨਹੀਂ ਹੋਣਾ ਚਾਹੀਦਾ ਕਿ ਕੁਝ ਵਰਤਮਾਨ 'ਚ ਹਿੰਦੂਤਵੀ ਸ਼ਾਸਕਾਂ ਨੂੰ ਪਸੰਦ ਹੈ ਉਹਨਾਂ ਨੂੰ ਕਿਤਾਬਾਂ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ ਅਤੇ ਇਸ ਦਾ ਬੱਚਿਆਂ ਉੱਤੇ ਆਖਰ ਕੀ ਅਸਰ ਹੋਊਗਾ। ਔਰ ਖਾਸ ਤੌਰ 'ਤੇ ਉਹ ਜਿਹੜੇ ਟੀਚਰ ਪੜ੍ਹਾਉਣ ਵਾਲੇ ਆ, ਜਿਹੜੇ ਪਹਿਲਾਂ ਇਹ ਹੀ ਪੜ੍ਹਾਉਂਦੇ ਆਏ ਅਤੇ ਹੁਣ ਜਦੋਂ ਅਗਲੀਆਂ ਕਿਤਾਬਾਂ 'ਚ ਉਹੀ ਸਿਲੇਬਸ ਉੱਦਾਂ ਦਾ ਹੀ ਹੋਊਗਾ, ਉਹਨਾਂ ਲੋਕਾਂ ਬਾਰੇ ਹੋਊਗਾ, ਪਰ ਉਹ ਬਦਲਿਆ ਹੋਊਗਾ, ਅਤੇ ਫਿਰ ਉਹ ਕਿਵੇਂ ਮਤਲਬ ਉਹਨਾਂ ਦਾ ਜ਼ਮੀਰ ਮੰਨ ਜੂਗਾ ਬਈ ਇਹ ਸਹੀ ਗੱਲ ਕਰਦੇ ਪਏ ਆ। ਇਹ ਠੀਕ ਹੈ ਕਿ ਇਤਿਹਾਸ ਦੀਆਂ ਕਿਤਾਬਾਂ ਦਾ ਸੁਧਾਰ ਜ਼ਰੂਰੀ ਹੈ। ਇੱਥੇ ਮੈਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੈਂ ਗੱਲ ਕਰਦਾ ਹਾਂ ਕਿ ਆਪਣੇ ਢੰਗ ਨਾਲ ਉਸਨੇ ਵੀ ਇਤਿਹਾਸ ਲਿਖਵਾਇਆ ਸੀ। ਕੈਪਸੂਲ ਤਿਆਰ ਕਰਵਾ ਕੇ ਜ਼ਮੀਨ 'ਚ ਦੱਬਿਆ ਤਾਂ ਕਿ ਸਦੀਆਂ ਬਾਅਦ ਵੀ ਇੰਦਰਾ ਗਾਂਧੀ ਵੱਲੋਂ ਸਿਰਜਿਆ ਇਤਿਹਾਸ ਉਸ ਮੌਕੇ ਲੋਕਾਂ ਦੀਆਂ ਨਜ਼ਰਾਂ ਵਿੱਚ ਆਵੇ। ਪਰ ਸਮੇਂ ਨੇ ਅਜਿਹਾ ਝੰਜੋੜਾ ਦਿੱਤਾ ਕਿ ਐਮਰਜੈਂਸੀ ਤੋਂ ਬਾਅਦ ਲੋਕਾਂ 'ਚ ਉਬਾਲ ਆਇਆ। ਸਰਕਾਰ ਬਦਲੀ, ਲੋਕਾਂ ਨੇ ਆਪਣੀ ਮਰਜ਼ੀ ਦੀ ਸਰਕਾਰ ਬਣਾਈ, ਅਤੇ ਇਹ ਗੱਲ ਵੱਖਰੀ ਹੈ ਕਿ ਇਹ ਸਰਕਾਰ ਵੀ ਲੋਕਾਂ ਦੇ ਹਿੱਤਾਂ ਅਨੁਸਾਰ ਨਹੀਂ ਸੀ। ਮੋਦੀ ਸ਼ਾਸਨ ਨੇ ਆਪਣੀਆਂ ਨੀਤੀਆਂ ਲਾਗੂ ਕਰਨ ਦਾ ਯਤਨ ਕੀਤਾ, ਅੰਗਰੇਜ਼ ਸ਼ਾਸਕਾਂ ਵਾਂਗਰ ਕਾਲੇ ਕਾਨੂੰਨ ਪਾਸ ਕੀਤੇ, ਦੇਸ਼ ਦੇ ਆਮ ਲੋਕਾਂ ਦੇ ਅਰਥਚਾਰੇ ਨੂੰ ਭੰਨਣ ਵਾਲੇ 3 ਖੇਤੀ ਕਾਨੂੰਨ ਜੋ ਸੀ ਉਹ ਪਾਸ ਕੀਤੇ, ਪਰ ਲੋਕਾਂ ਦੇ ਰੋਹ ਅੱਗੇ ਉਹ ਕਿਧਰੇ ਵੀ ਟਿਕੇ ਨਹੀਂ। ਜਿਵੇਂ ਆਖਦੇ ਨੇ ਕਿ ਅੰਗਰੇਜ਼ਾਂ ਦੇ ਰਾਜ 'ਚ ਸੂਰਜ ਨਹੀਂ ਛੁਪਦਾ, ਪਰ ਲੋਕਾਂ ਨੇ ਆਜ਼ਾਦੀ ਲਈ ਕੁਰਬਾਨੀਆਂ ਕੀਤੀਆਂ, ਆਜ਼ਾਦੀ ਪ੍ਰਾਪਤ ਕੀਤੀ। ਭਾਵੇਂ ਕਿ ਗੋਰੇ ਹਾਕਮਾਂ ਦੀ ਥਾਂ ਦੇ ਉੱਤੇ ਕਾਲੇ ਹਾਕਮਾਂ ਨੇ ਆ ਕੇ ਲੋਕਾਂ ਨੂੰ ਗੁੰਮਰਾਹ ਕਰਦਿਆਂ ਆਪਣੀ ਕੁਰਸੀ ਪੱਕੀ ਕਰਨ ਲਈ ਕਦੇ ਗਰੀਬੀ ਹਟਾਓ ਦੇ ਨਾਅਰੇ ਲਾਏ ਅਤੇ ਕਦੇ ਦੇਸ਼ ਨੂੰ ਵਿਦੇਸ਼ੀ ਤਾਕਤਾਂ ਤੋਂ ਖਤਰੇ ਦੀ ਗੱਲ ਕੀਤੀ ਅਤੇ ਆਪਣਾ ਰਾਜ ਭਾਗ ਪੱਕਾ ਕਰਨ ਅਤੇ ਵੋਟਾਂ ਬਟੋਰਨ ਲਈ ਪ੍ਰਪੰਚ ਰਚੇ। ਪਰ ਇਤਿਹਾਸ ਦੇ ਪੰਨਿਆਂ 'ਚ ਉਹ ਲੋਕ ਹੀ ਦਰਜ ਹੋਏ ਨੇ ਜਿਨ੍ਹਾਂ ਸੰਘਰਸ਼ ਲੜੇ ਨੇ, ਵਿਤਕਰਿਆਂ ਵਿਰੁੱਧ ਆਵਾਜ਼ ਉਠਾਈ ਹੈ, ਆਪਣੀ ਹੱਕਾਂ ਲਈ ਲੜੇ ਨੇ। ਇਹ ਵੱਖਰੀ ਗੱਲ ਹੈ ਕਿ ਸ਼ਾਸਕ ਆਪਣੀ ਮਰਜ਼ੀ ਨਾਲ ਇਤਿਹਾਸ ਨਾਲ ਖਿਲਵਾੜ ਕਰਦੇ ਆਪਣੀਆਂ ਸਰਕਾਰਾਂ ਦੀਆਂ ਪ੍ਰਾਪਤੀਆਂ ਨੀਤੀਆਂ ਦੀ ਗੱਲ ਕਰਦੇ ਨੇ। ਅੱਜ ਵੀ ਭਾਵੇਂ ਸਰਕਾਰ ਵਿਰੋਧੀ ਆਵਾਜ਼ ਨੂੰ ਦਬਾਉਣ ਦਾ ਯਤਨ ਹੁੰਦਾ ਆ, ਪੱਤਰਕਾਰਾਂ, ਲੇਖਕਾਂ, ਚਿੰਤਕਾਂ, ਸੰਘਰਸ਼ੀ ਲੋਕਾਂ ਉੱਤੇ ਲਗਾਤਾਰ ਹਮਲੇ ਹੁੰਦੇ ਨੇ। ਉਹਨਾਂ ਨੂੰ ਕਈ ਹਾਲਾਤਾਂ 'ਚ ਜਾਣ ਤੋਂ ਵੀ ਹੱਥ ਧੋਣੇ ਪੈਂਦੇ ਨੇ, ਪਰ ਵਿਦਰੋਹੀ ਆਵਾਜ਼, ਚੇਤਨ ਆਵਾਜ਼, ਲੋਕ ਸੰਘਰਸ਼ੀ ਲੋਕ ਇਤਿਹਾਸ ਬਣਦਾ ਜਿਸ ਨੂੰ ਕੋਈ ਵੀ ਹਾਕਮ ਧਿਰ ਲੋਕ ਮਨਾਂ ਦੇ ਵਿੱਚੋਂ ਵਿਸਾਰ ਨਹੀਂ ਸਕਦੀ। ਭਗਤ ਸਿੰਘ ਨੂੰ ਕਿਉਂ ਲੋਕ ਯਾਦ ਕਰਦੇ ਆ? ਤੁਸੀਂ ਜਾਣਦੇ ਹੋ ਨਾ ਕਿਉਂ ਯਾਦ ਕਰਦੇ ਆ। ਦੁੱਲਾ ਭੱਟੀ ਕਿਉਂ ਲੋਕਾਂ ਦੇ ਮਨਾਂ ਵਿੱਚ ਵੱਸਦਾ ਹੈ? ਕਿ ਅੰਗਰੇਜ਼ ਹਾਕਮ ਜਾਂ ਹੋਰ ਮੌਕੇ ਦੇ ਹਾਕਮ ਇਹਨਾਂ ਆਵਾਜ਼ਾਂ ਨੂੰ ਬੰਦ ਕਰ ਸਕੇ? ਕਦੇ ਵੀ ਨਹੀਂ। ਕੋਸ਼ਿਸ਼ਾਂ ਦੇ ਬਾਵਜੂਦ ਨਹੀਂ। ਅੱਜ ਵੀ ਸਰਕਾਰੀ ਗੋਦ ਲਿਆ ਗੋਦੀ ਮੀਡੀਆ ਕਿ ਦਿੱਲੀ ਦੀਆਂ ਸਰਹੱਦਾਂ ਉੱਤੇ ਲੜੇ ਕਿਸਾਨ ਸੰਘਰਸ਼ ਨੂੰ ਪੁੱਠਾ ਗੇੜਾ ਦੇ ਸਕਿਆ, ਕਿ ਦੇਸ਼ ਦੇ ਸੰਘਰਸ਼ੀ ਲੋਕਾਂ ਨੂੰ ਇੱਕ ਦੂਜੇ ਤੋਂ ਦੂਰ ਕਰ ਸਕਿਆ, ਕਿ ਲੋਕਾਂ ਦਾ ਇਹ ਸੰਘਰਸ਼ ਲੋਕ ਇਤਿਹਾਸ ਨਹੀਂ ਬਣਿਆ ਜੋ ਦੇਸ਼ ਦੀਆਂ ਬਰੂਹਾਂ ਟੱਪ ਕੇ ਵਿਸ਼ਵ ਪੱਧਰੀ ਮਹੱਤਵ ਪੈਦਾ ਨਹੀਂ ਕਰ ਗਿਆ। ਤੇ ਦੇਸ਼ ਦੇ ਹਾਕਮ ਲੱਖ ਕਹਿਣ ਕਿ ਕਿਸਾਨਾਂ ਦਾ ਸੰਘਰਸ਼ ਦੇਸ਼ ਵਿਰੋਧੀ ਸੀ, ਪਰ ਇਸ ਨੂੰ ਕੌਣ ਮੰਨੂਗਾ। ਗੁਜਰਾਤ 'ਚ 2002 'ਚ ਦੰਗੇ ਹੋਏ ਸਨ। ਉਸ ਵੇਲੇ ਸੂਬੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਸਨ। ਇਹਨਾਂ ਦੰਗਿਆਂ ਨੂੰ ਪਾਠ ਪੁਸਤਕਾਂ ਦੇ ਵਿੱਚ ਇਤਿਹਾਸ ਵਿੱਚੋਂ ਗਾਇਬ ਕਰਨ ਦਾ ਯਤਨ ਕੀਤਾ ਗਿਆ, ਪਰ BBC ਵੱਲੋਂ ਇਸ ਸੱਚ ਨੂੰ ਬਿਆਨ ਦੀ ਇੱਕ ਡਾਕੂਮੈਂਟਰੀ ਬਣਾਈ ਜਿਸ ਉੱਤੇ ਮੋਦੀ ਸਰਕਾਰ ਨੇ ਪਾਬੰਦੀ ਲਗਾ ਦਿੱਤੀ। ਕੀ ਇਹ ਸੱਚ ਨੂੰ ਝੁਠਲਾਉਣ ਦਾ ਯਤਨ ਨਹੀਂ ਕਿ ਵਿਦਿਆਰਥੀ ਜਾਂ ਆਮ ਲੋਕ ਇੰਟਰਨੈਟ ਦੇ ਰਾਹੀਂ ਇਸ ਘਟਨਾ ਬਾਰੇ ਜਾਣ ਕੇ ਇਤਿਹਾਸ ਨਾਲ ਖਿਲਵਾੜ ਕਰਨ ਵਾਲੇ ਹਾਕਮਾਂ ਨੂੰ ਝੂਠੇ ਨਹੀਂ ਆਖਣਗੇ? ਅੱਜ ਜਦੋਂ ਮਹਾਤਮਾ ਗਾਂਧੀ ਦੇ ਕਾਤਲ ਨੱਥੂ ਰਾਮ ਗੋਡਸੇ ਵਾਲੇ ਬਿਰਤਾਂਤ ਨੂੰ ਪਾਠ ਪੁਸਤਕਾਂ ਵਿੱਚੋਂ ਕੱਢਿਆ ਜਾ ਰਿਹਾ ਹੈ, ਤਾਂ ਕੀ ਅੱਜ ਦੇ ਦੌਰ ਦੇ ਪੇਸ਼ ਕੀਤੇ ਜਾ ਰਹੇ ਮਹਾਨਾਇਕ ਮੌਕੇ ਦੇ ਗ੍ਰਹਿ ਮੰਤਰੀ ਵੱਲਭ ਭਾਈ ਪਟੇਲ ਵੱਲੋਂ RSS ਉੱਤੇ ਪਾਬੰਦੀ ਲਾਉਣ ਦੇ ਬਿਰਤਾਂਤ ਨੂੰ ਇਤਿਹਾਸ ਦੇ ਪੰਨਿਆਂ ਵਿੱਚੋਂ ਮਨਫੀ ਕੀਤਾ ਜਾ ਸਕਦਾ ਹੈ? ਕਿੰਨੇ ਵੇਖੋ ਸਵਾਲ ਖੜੇ ਹੁੰਦੇ ਪਏ ਆ। ਹਾਕਮ ਪੂਰਾ ਟਿੱਲ ਲਾ ਲੈਣ। ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ, ਜਿਹੜੇ ਸੰਘਰਸ਼ ਉਗਮਦੇ ਨੇ, ਉਹਨਾਂ ਨੂੰ ਵੱਖਰਾ ਰੰਗ ਦਿੱਤੇ ਜਾਣਾ ਲੋਕ ਪ੍ਰਵਾਨ ਨਹੀਂ ਕਰਦੇ। ਦੇਸ਼ ਉੱਤੇ ਭਾਵੇਂ ਸੁਨਹਿਰੀ ਕਾਲ ਸਮੇਂ ਪ੍ਰਸ਼ਾਸਕਾਂ ਨੇ ਰਾਜ ਕੀਤਾ ਜਾਂ ਪ੍ਰਾਚੀਨ ਕਾਲ ਸਮੇਂ ਤਕੜੇ ਖੁੰਖਾਰ ਲੋਕਾਂ ਨੇ ਗਰੀਬ ਗੁਰਬੇ ਕਮਜ਼ੋਰ ਲੋਕਾਂ ਨੂੰ ਲੁਤਾੜਿਆ। ਕੌਣ ਭੁੱਲ ਸਕਦਾ ਹੈ ਕਿ ਤਾਕਤਵਰਾਂ ਨੇ ਗਰੀਬ ਲੋਕਾਂ ਦੇ ਕੰਨਾਂ 'ਚ ਸਿੱਕੇ ਭਰੇ, ਅਛੂਤ ਕਹਿ ਕੇ ਆਪਣੇ ਆਪ ਤੋਂ ਦੂਰ ਕੀਤਾ, ਕਾਲੇ ਲੋਕਾਂ ਨਾਲ ਗੁਲਾਮਾਂ ਵਰਗਾ ਵਿਹਾਰ ਕੀਤਾ, ਮੁਗਲ ਹਾਕਮਾਂ ਆਦਿ ਦੇ ਅਤਿਆਚਾਰ ਜਿਹੜੇ ਨੇ ਉਹ ਸਹੇ,
ਔਰ ਉਹਨਾਂ ਨੇ ਕੀਤੇ। ਅੰਗਰੇਜ਼ ਹਾਕਮ ਮਲਮਲ ਬਣਾਉਣ ਵਾਲੇ ਕਾਰੀਗਰਾਂ ਦੇ ਹੱਥ ਉਂਗਲਾਂ ਕੱਟੀਆਂ ਅਤੇ ਸਮੇਂ-ਸਮੇਂ ਤੇ ਦੁਨੀਆ ਭਰ ਦੇ ਦੇਸ਼ਾਂ 'ਚ ਅਤਿਆਚਾਰ ਦੀ ਇੱਕ ਵੱਖਰੀ ਦਾਸਤਾਨ ਆਈ ਹੈ। ਪਰ ਇਸ ਦੇ ਬਰੋਬਰ ਇੱਕ ਵੱਖਰੀ ਦਾਸਤਾਨ ਵਿਰੋਧੀ ਸੁਰ ਦੀ ਵੀ ਹੈ। ਰਾਜੇਸ਼ੀ ਮੁਕੱਦਮ ਕੁੱਤੇ ਆਖਣ ਵਾਲੇ ਨਾਨਕ ਬਾਬੇ ਵਰਗੇ ਪੈਦਾ ਹੋਏ ਨੇ। ਲੋਕਾਂ ਲਈ ਸ਼ਹੀਦੀ ਦੇਣ ਵਾਲੇ ਨਾਇਕਾਂ ਦੀ ਵੀ ਇਤਿਹਾਸ ਵਿੱਚ ਕੋਈ ਘਾਟ ਨਹੀਂ। ਹਾਕਮਾਂ ਨੂੰ ਪੁੱਛੋ ਕਿ ਅੱਜ ਔਰੰਗਜ਼ੇਬ ਨੂੰ ਲੋਕ ਅਤਿਆਚਾਰੀ ਦੇ ਤੌਰ ਤੇ ਯਾਦ ਨਹੀਂ ਕਰਦੇ। ਨਾ ਲੋਕਾਂ ਨੂੰ ਡਾਇਰ ਉਡਵਾਇਰ ਕੋਈ ਭੁੱਲ ਸਕਦਾ ਹੈ ਤੇ ਨਾ ਊਧਮ ਸਿੰਘ ਸੁਨਾਮ, ਪਰ ਸੁਨਹਿਰੀ ਅੱਖਰ ਕਿਹਦੇ ਹਿੱਸੇ ਆਏ ਆ, ਇਹ ਤੇ ਤਾਂ ਸੋਚੋ ਜਰਾ। ਭਾਰਤ ਦਾ ਇਤਿਹਾਸ ਦਰਦ ਭਰਿਆ ਆ। ਦੇਸ਼ ਦੇ ਰਾਜਨੇਤਾ ਸਿਰਫ ਆਪਣੀ ਹੀ ਦੁਨੀਆ ਵਿੱਚ ਵਿਚਰਦੇ ਨੇ। ਉਹਨਾਂ ਨੂੰ ਲੋਕਾਂ ਦੇ ਦੁੱਖ ਦਰਦ ਦੀ ਪਰਵਾਹ ਨਹੀਂ। ਲੱਖ ਉਹ ਇਹ ਗੀਤ ਗਾਉਣ ਲਈ ਲੋਕਾਂ ਨੂੰ ਉਤਸ਼ਾਹਿਤ ਕਰਦੇ ਰਹਿਣ ਕਿ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਪਰ ਪਿਆਰਾ ਦੇਸ਼ ਹਿੰਦੁਸਤਾਨ ਹੁਣ ਕਿਸ ਪਾਸਿਓਂ ਅੱਛਾ ਰਹਿ ਗਿਆ ਆ। ਦੇਸ਼ ਦਾ ਅਰਥਚਾਰਾ ਗਾਇਬ, ਦੇਸ਼ 'ਚ ਗਰੀਬੀ ਭ੍ਰਿਸ਼ਟਾਚਾਰ ਦਾ ਬੋਲਬਾਲਾ, ਦੇਸ਼ 'ਚ ਅਮੀਰੀ ਗਰੀਬੀ ਦਾ ਫਰਕ ਸਿਖਰਾਂ ਤੇ, ਦੇਸ਼ 'ਚ ਭੁੱਖਮਰੀ ਬਿਮਾਰੀ ਕਿੱਥੇ ਨਹੀਂ ਹੈ। ਜਦੋਂ ਇਸ ਵੇਲੇ ਦੇ ਲੋਕਾਂ ਦਾ ਇਤਿਹਾਸ ਲਿਖਿਆ ਜਾਵੇਗਾ ਕਿ ਲੋਕਾਂ ਦਾ ਹਾਲ ਚਾਲ, ਲੋਕਾਂ ਦੇ ਹਾਲਾਤ ਲਿਖੇ ਨਹੀਂ ਜਾਣਗੇ। ਦੁਨੀਆ ਦੀ ਪ੍ਰਸਿੱਧ ਯੂਨੀਵਰਸਿਟੀ ਨਾਲੰਦਾ ਦੀ ਲਾਇਬ੍ਰੇਰੀ, ਜਿੱਥੇ ਲੱਖਾਂ ਦੀ ਗਿਣਤੀ ਵਿੱਚ ਕਿਤਾਬਾਂ ਸਨ, ਮੌਕੇ ਦੇ ਹਾਕਮ ਨੇ ਸਾੜ ਦਿੱਤੀਆਂ। ਇਹ ਇੰਨੀਆਂ ਕਿਤਾਬਾਂ ਸਨ ਕਿ ਇਹਨਾਂ ਨੂੰ ਸਾੜਨ ਲਈ 3 ਮਹੀਨੇ ਲੱਗੇ। ਮਿਸਰ ਵਿੱਚ ਅਲੈਗਜ਼ੈਂਡਰੀਆ ਲਾਇਬ੍ਰੇਰੀ, ਜਿੱਥੇ ਕੁਝ ਲੱਖ ਕਿਤਾਬਾਂ ਨੇ, ਗਿਆਨ ਦੇ ਦੁਸ਼ਮਣਾਂ ਨੇ ਸਾੜ ਦਿੱਤੀਆਂ। ਦੁਨੀਆ ਦੇ ਇਤਿਹਾਸ ਵਿੱਚ ਗਿਆਨ ਪੁਸਤਕਾਂ ਨੂੰ ਸਾੜਨ ਦੀਆਂ ਅਨੇਕਾਂ ਉਦਾਹਰਨਾਂ ਨੇ, ਪਰ ਕੀ ਵਿਚਾਰਾਂ ਨੂੰ, ਗਿਆਨ ਨੂੰ ਕਦੇ ਦਬਾਇਆ ਜਾ ਸਕਦਾ ਹੈ? ਅਸਲ ਵਿੱਚ ਹਾਕਮਾਂ ਨੂੰ ਵਿਚਾਰ ਪੁਸਤਕਾਂ ਵਿਦਿਆਰਥੀਆਂ ਤੋਂ ਦਿੱਕਤ ਹੁੰਦੀ ਹੈ। ਉਹ ਪੁਸਤਕਾਂ ਦੇ ਵਿੱਚ ਵਿਦਿਆਰਥੀਆਂ ਨੂੰ ਉਹ ਪਰੋਸਣਾ ਚਾਹੁੰਦੇ ਆ ਜੋ ਉਹ ਚਾਹੁੰਦੇ ਨੇ। ਹਾਕਮ ਆਪਣੇ ਵਿਚਾਰਾਂ ਤੋਂ ਉਲਟ ਕੁਝ ਵੀ ਬਰਦਾਸ਼ਤ ਨਹੀਂ ਕਰਦੇ। ਡਿਕਟੇਟਰ ਸੋਚ ਵਾਲੇ ਹਾਕਮ ਤਾਂ ਕਰਤੂਤਾਂ ਨਾਲ ਲੋਕਾਂ ਨਾਲ ਪੇਸ਼ ਆਉਂਦੇ ਨੇ। ਸਿਰਫ ਤੇ ਸਿਰਫ ਨਾਇਕ ਬਣ ਕੇ ਉੱਭਰਨਾ ਹੀ ਉਹਨਾਂ ਦੀ ਪਹਿਲ ਹੁੰਦੀ ਹੈ। ਹੁਣ ਸਾਡੇ ਦੇਸ਼ ਵਿੱਚ ਵੀ ਹੁਣ ਅਜਿਹਾ ਵਾਪਰ ਰਿਹਾ ਹੈ ਕਿ ਇਤਿਹਾਸ ਦੀਆਂ ਕਿਤਾਬਾਂ ਵਿੱਚੋਂ ਮੁਸਲਿਮ ਸੁਲਤਾਨਾਂ, ਮੁਗਲ ਬਾਦਸ਼ਾਹ, ਸਨਅਤੀ ਇਨਕਲਾਬ, ਅਜੋਕੇ ਵਿਸ਼ਵ ਪ੍ਰਬੰਧ ਵਿੱਚ ਅਮੀਰਾਂ ਦੀ ਸਰਦਾਰੀ, ਪ੍ਰਭੂ ਸੱਤਾ, ਜਮਹੂਰੀਅਤ ਨੂੰ ਚੁਣੌਤੀਆਂ ਅਤੇ ਜਮਹੂਰੀਅਤ ਨੇ ਵੰਨ ਸੁਵੰਨਤਾ ਜਿਹੇ ਵਿਸ਼ਿਆਂ ਨਾਲ ਸੰਬੰਧਿਤ ਚੈਪਟਰ ਖਾਰਜ ਕਰ ਦਿੱਤੇ ਨੇ। ਕੇਂਦਰੀ ਸਰਕਾਰ ਦੇ ਅਦਾਰੇ NCERT ਦਾ ਕਹਿਣਾ ਹੈ ਕਿ ਇਹ ਤਬਦੀਲੀਆਂ ਵਿਦਿਆਰਥੀਆਂ ਤੇ ਬੋਝ ਘਟਾਉਣ ਲਈ ਕੀਤੀਆਂ ਗਈਆਂ ਨੇ, ਪਰ ਤਬਦੀਲੀਆਂ ਦੀ ਦਿਸ਼ਾ ਪ੍ਰਤੱਖ ਦਿਖਾਈ ਦਿੰਦੀ ਹੈ। ਕਈ ਚੈਪਟਰਾਂ ਵਿੱਚੋਂ ਕਈ ਪਹਿਰੇ ਉਡਾ ਦਿੱਤੇ ਗਏ ਨੇ। ਉਦਾਹਰਨ ਦੇ ਤੌਰ ਤੇ ਮਹਾਤਮਾ ਗਾਂਧੀ ਦੀ ਮੌਤ ਤੋਂ ਬਾਅਦ ਰਾਸ਼ਟਰੀ ਸਵੈਮ ਸੇਵਕ ਸੰਘ ਤੇ ਲੱਗੀ ਪਾਬੰਦੀ ਬਾਰੇ ਹਵਾਲੇ ਨੂੰ ਕਿਤਾਬ ਦੇ ਵਿੱਚੋਂ ਖਾਰਜ ਕਰ ਦਿੱਤਾ ਗਿਆ। ਇਸ ਤਰ੍ਹਾਂ ਸਮਾਜ ਵਿੱਚ ਮੌਜੂਦਾ ਵਰਨਾਸ਼ਰਮ ਅਤੇ ਜਾਤੀਵਾਦ ਬਾਰੇ ਸਮੱਗਰੀ ਨੂੰ ਵੀ ਹਟਾ ਦਿੱਤਾ ਗਿਆ। ਇਤਿਹਾਸ ਨੂੰ ਨਵੇਂ ਦ੍ਰਿਸ਼ਟੀਕੋਣ ਤੋਂ ਲਿਖਿਆ ਜਾ ਰਿਹਾ ਹੈ। ਇਹ ਦ੍ਰਿਸ਼ਟੀਕੋਣ ਸੱਤਾਧਾਰੀ ਪਾਰਟੀ ਦਾ ਦ੍ਰਿਸ਼ਟੀਕੋਣ ਹੈ, ਪਰ ਪ੍ਰਮੁੱਖ ਮਸਲਾ ਇਹ ਹੈ ਕਿ ਵੱਡੀ ਗਿਣਤੀ ਵਿੱਚ ਲੋਕ ਇਸ ਦ੍ਰਿਸ਼ਟੀਕੋਣ ਨੂੰ ਸਵੀਕਾਰ ਕਰਨ ਲਈ ਤਿਆਰ ਨੇ। ਮਿਲਾਨ ਕੁੰਦਰਾ ਦਾ ਮਸ਼ਹੂਰ ਕਥਨ ਹੈ ਕਿ ਮਨੁੱਖ ਦੀ ਸੱਤਾ ਵਿਰੁੱਧ ਲੜਾਈ ਯਾਦ ਰੱਖਣ ਦੀ ਤਾਕਤ ਦੀ ਭੁੱਲਣ ਭੁਲਾਉਣ ਦੇ ਵਰਤਾਰੇ ਵਿਰੁੱਧ ਲੜਾਈ ਹੈ। ਸਵਾਲ ਇਹ ਹੈ ਕਿ ਲੋਕ ਇਸ ਲੜਾਈ ਲਈ ਤਿਆਰ ਹਨ ਜਾਂ ਨਹੀਂ, ਤੇ ਉਹ ਇਤਿਹਾਸ ਵਿੱਚ ਪਾਏ ਜਾ ਰਹੇ ਖੱਪਿਆਂ ਅਤੇ ਵਿਗਾੜਾਂ ਨੂੰ ਜੋ ਆ ਉਹ ਪ੍ਰਵਾਨ ਕਰ ਲੈਣਗੇ। ਜ਼ਾਹਿਰ ਹੈ ਪ੍ਰਵਾਨ ਕਰ ਲੈਣਗੇ। ਅੱਗੇ ਵੀ ਅਸੀਂ ਜੋ ਕੁਛ ਕਰਦੇ ਹਾਂ, ਇਹ ਨਾ ਬਹੁਤ ਵਾਰੀ ਜਿਹੜੀਆਂ ਗਲਤ ਚੀਜ਼ਾਂ ਆ ਉਹ ਪ੍ਰਵਾਨ ਕਰ ਲੈਂਦੇ ਹਾਂ। ਹਾਲਾਂਕਿ ਇੱਥੇ ਮੈਂ ਸਿੱਖ ਕੌਮ ਦੇ ਬਾਰੇ ਵੀ ਗੱਲ ਕਰਨੀ ਚਾਹੂੰਗਾ ਕਿ ਸਿੱਖਾਂ ਦੇ ਬਾਰੇ ਵੀ NCERT ਦੀਆਂ ਕਿਤਾਬਾਂ ਵਿੱਚ ਗੁਰੂ ਸਾਹਿਬਾਂ ਬਾਰੇ ਬਹੁਤ ਜ਼ਿਆਦਾ ਘਟੀਆ ਜਿਹੜੀ ਆ ਸ਼ਬਦਾਵਲੀ ਵਰਤੀ ਗਈ ਆ, ਬਹੁਤ ਸਾਰਾ ਗਲਤ ਮਲਤ ਕਿਹਾ ਗਿਆ। ਹਾਲਾਂਕਿ ਸਿੱਖ ਕੌਮ ਜਿਹੜੀ ਹੈ ਉਹ ਬਰਦਾਸ਼ਤ ਨਹੀਂ ਕਰਦੀ, ਉਹ ਫਿਰ ਬੋਲਦੇ ਨੇ ਤੇ ਉਹ ਇਸ ਚੀਜ਼ ਦਾ ਖੰਡਨ ਵੀ ਕਰਦੇ ਨੇ। ਪਰ ਬਾਕੀ ਲੋਕਾਂ ਦਾ ਕੀ ਕਰੀਏ? ਬਾਕੀ ਲੋਕ ਤਾਂ ਜਦੋਂ ਚੁੱਪੀ ਕਰਕੇ ਬਹਿ ਗਏ, ਜਦੋਂ ਕੁਸਕੇ ਹੀ ਨਾ, ਉਹਨਾਂ ਨੇ ਤਾਂ ਉਵੇਂ ਪ੍ਰਵਾਨ ਕਰ ਲੈਣਾ। ਤੇ ਜ਼ਾਹਿਰ ਹੈ ਕਿ ਇਤਿਹਾਸ ਨੂੰ ਪੁੱਠਾ ਗੇੜਾ ਦਿੱਤਾ ਜਾ ਰਿਹਾ, ਪਰ ਸੱਚ ਫਿਰ ਵੀ ਮੈਂ ਕਹੂੰਗਾ ਕਿ ਕਦੇ ਲੁਕੋਇਆ ਨਹੀਂ ਜਾ ਸਕਦਾ ਗਾ। ਸੋ ਅਖੀਰ ਦੇ ਵਿੱਚ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਬੇਸ਼ੱਕ ਅੱਜ ਆਵਾਜ਼ ਉਠਾਉਣ ਵਾਲਿਆਂ ਦੀ ਆਵਾਜ਼ ਨੂੰ ਬੰਦ ਕਰਨ ਦੇ ਲਈ ਵੀ ਬਹੁਤ ਤਕੜੇ ਉਪਰਾਲੇ ਕੀਤੇ ਜਾ ਰਹੇ ਨੇ, ਔਰ ਇੰਝ ਲੱਗਦਾ ਹੈ ਕਿ ਅਸੀਂ ਆਜ਼ਾਦ ਮੁਲਕ ਦੇ ਵਿੱਚ ਰਹਿ ਹੀ ਨਹੀਂ ਰਹੇ। ਹਾਲੇ ਵੀ ਲੱਗਦਾ ਗੁਲਾਮਾਂ ਵਾਲਾ ਜੀਵਨ ਹੈ ਕਿ ਜਿੱਥੇ ਸੱਚ ਬੋਲਣ ਦੀ ਸਜ਼ਾ ਜਿਹੜੀ ਹੈ, ਚਾਹੇ ਉਹ ਮੀਡੀਆ ਨੂੰ ਦਬਾ ਦਿੱਤਾ ਜਾਵੇ, ਚਾਹੇ ਉਹ ਕਿਸੇ ਦੀ ਕਲਮ ਜਿਹੜੀ ਹੈ ਰੋਕ ਦਿੱਤੀ ਜਾਵੇ, ਜਾਂ ਫਿਰ ਕਿਸੇ ਪੱਤਰਕਾਰ ਨੂੰ ਗ੍ਰਿਫਤਾਰ ਕਰ ਲਿਆ ਜਾਵੇ। ਇੱਦਾਂ ਹੀ ਹੁੰਦਾ ਹੈ ਨਾ। ਪਰ ਸੱਚ ਤਾਂ ਸੱਚ ਰਹਿਣਾ ਆ, ਔਰ ਸੱਚ ਬੋਲਣ ਵਾਲੀਆਂ ਕਲਮਾਂ, ਸੱਚ ਬੋਲਣ ਵਾਲੇ ਜਿਹੜੇ
ਮੂੰਹ ਨੇ ਉਹ ਕਦੇ ਬੰਦ ਨਹੀਂ ਹੋਣਗੇ, ਕਦੇ ਰੁਕਣਗੇ ਨਹੀਂਗੇ। ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦਾ ਐਪੀਸੋਡ ਚੰਗਾ ਲੱਗਿਆ ਹੋਊਗਾ। ਕਿਸ ਤਰੀਕੇ ਲੱਗਦੇ ਨੇ ਸਾਡੇ ਪ੍ਰੋਗਰਾਮ ਸਾਨੂੰ ਜ਼ਰੂਰ ਕਿਰਪਾ ਕਰਕੇ ਦੱਸਿਆ ਕਰੋ। ਕੈਮਰਾ ਪਰਸਨ ਜਸ਼ਨਦੀਪ ਦੇ ਨਾਲ ਕਮਲਜੀਤ ਸਿੱਧੂ, 1 TV।